ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਾਈ ਨੇਮ ਇਜ਼ ਹਕੀਰਤ ਕੌਰ ਬਰਾੜ, ਜੀਐਸ ਫੈਕਲਟੀ ਆਫ O2 IAS ਅਕੈਡਮੀ। ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਪੰਜਾਬ ਵਿੱਚ STM ਜਾਂ DSP ਕਿਵੇਂ ਬਣੀਦਾ। ਹੁਣ ਤੁਸੀਂ ਕਹਿੰਦੇ ਹੋਏ ਸੁਣਿਆ ਹੋਣਾ ਜਾਂ ਤੁਸੀਂ ਖੁਦ ਕਹਿੰਦੇ ਹੋਵੋਗੇ ਕਿ ਮੈਂ ਕਿਉਂ ਤੇਰਾ ਕੰਮ ਕਰਾਂ, ਤੂੰ DC ਲੱਗਿਆ। ਤਾਂ ਉਹੀ DC ਕਿਵੇਂ ਲੱਗੀਦਾ ਹੈ ਉਹ ਅੱਜ ਆਪਾਂ ਦੇਖਾਂਗੇ। O2 IAS ਅਕੈਡਮੀ ਆਨਲਾਈਨ ਤੇ ਆਫਲਾਈਨ ਦੋਵੇਂ ਬੈਚਸ ਲੈਂਦਾ ਹੈ। ਆਫਲਾਈਨ ਲਈ ਤੁਸੀਂ ਇਹ ਨੰਬਰਸ ਤੇ ਕਾਲ ਕਰ ਸਕਦੇ ਹੋ ਤੇ ਆਨਲਾਈਨ ਲਈ ਤੁਸੀਂ ਇਹ ਐਪ ਡਾਊਨਲੋਡ ਕਰ ਸਕਦੇ ਹੋ। ਹੁਣ ਆਪਾਂ ਚੱਲਦੇ ਹਾਂ ਕਿ ਸਰਵਿਸਿਜ਼ ਹੁੰਦੀਆਂ ਕੀ ਨੇ। SDM ਹੋ ਗਿਆ, DM ਹੋ ਗਿਆ, DC ਹੋ ਗਿਆ, ਇਹ ਸਭ ਹੁੰਦੀਆਂ ਨੇ ਐਡਮਿਨਿਸਟ੍ਰੇਟਿਵ ਸਰਵਿਸਿਜ਼। ਦੈਨ DSP ਹੋ ਗਿਆ, SP ਹੋ ਗਿਆ, DGP ਹੋ ਗਿਆ, ਇਹ ਸਭ ਹੁੰਦੀਆਂ ਨੇ ਪੁਲਿਸ ਸਰਵਿਸਿਜ਼। ਐਡਮਿਨਿਸਟ੍ਰੇਟਿਵ ਸਰਵਿਸਿਜ਼ ਵਿੱਚ ਗਵਰਨਮੈਂਟ ਦੀ ਪਾਲਿਸੀਜ਼ ਨੂੰ ਤੁਸੀਂ ਇੰਪਲੀਮੈਂਟ ਕਰਦੇ ਹੋ ਐਟ ਗ੍ਰਾਸ ਰੂਟ ਲੈਵਲ, ਐਂਡ ਪੁਲਿਸ ਸਰਵਿਸਿਜ਼ ਵਿੱਚ ਤੁਹਾਨੂੰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੁੰਦਾ। ਹੁਣ ਇਸ ਸਰਵਿਸਿਜ਼ 'ਚ ਭਰਤੀ ਹੋਣ ਲਈ ਤੁਹਾਨੂੰ ਇੱਕ ਐਗਜ਼ਾਮ ਦੇਣਾ ਪੈਂਦਾ ਜੋ ਕਿ ਹਰ ਇੱਕ ਸਟੇਟ ਦਾ ਆਪਣਾ ਆਪਣਾ ਕਮਿਸ਼ਨ ਹੁੰਦਾ। ਪੰਜਾਬ ਦਾ ਜਿਹੜਾ ਕਮਿਸ਼ਨ ਹੈ ਉਹਨੂੰ ਆਪਾਂ ਕਹਿੰਦੇ ਆ PPSC, ਦੈਟ ਇਜ਼ ਪੰਜਾਬ ਪਬਲਿਕ ਸਰਵਿਸ ਕਮਿਸ਼ਨ। ਅਲੋਂਗ ਵਿਦ ਇਹ ਸਾਰੀ ਭਰਤੀਆਂ ਕੁਝ ਹੋਰ ਭਰਤੀਆਂ ਜਿਵੇਂ ਕਿ ਤਹਿਸੀਲਦਾਰ ਵਰਗੀ ਭਰਤੀਆਂ ਵੀ ਇਹੀ ਕਮਿਸ਼ਨ ਕੱਢਦਾ। ਹੁਣ ਇਹਦੇ ਵਿੱਚ ਵੈਕੈਂਸੀ ਦੀ ਆਪਾਂ ਗੱਲ ਕਰੀਏ ਤਾਂ ਆਏ ਸਾਲ ਤਾਂ ਨਹੀਂ ਪਰ ਹਰ ਦੂਜੇ ਜਾਂ ਤੀਜੇ ਸਾਲ 70 to 80 ਵੈਕੈਂਸੀਜ਼ ਪੰਜਾਬ ਗਵਰਨਮੈਂਟ ਕੱਢਦੀ ਹੈ। ਇਸ ਵਾਰ ਆਪਾਂ ਦੇਖਦੇ ਹਾਂ ਕਿ ਕਿੰਨੀ ਕੁ ਭਰਤੀਆਂ ਨਿਕਲਦੀਆਂ ਨੇ। ਹੁਣ ਆਪਾਂ ਚੱਲਦੇ ਹਾਂ ਕਿ ਐਗਜ਼ਾਮ ਪੈਟਰਨ ਕੀ ਹੁੰਦਾ। ਆਪਾਂ ਇਹ ਸਮਝ ਲਿਆ ਕਿ ਤੁਹਾਨੂੰ ਇੱਕ ਐਗਜ਼ਾਮ ਦੇਣਾ ਪਊਗਾ ਜੋ ਕਿ PPSC ਕੰਡਕਟ ਕਰਵਾਊਗੀ। ਹੁਣ ਐਗਜ਼ਾਮ ਦਾ ਪੈਟਰਨ ਕੀ ਹੈ। ਇਸ ਐਗਜ਼ਾਮ ਵਿੱਚ 3 ਸਟੇਜਸ ਹੁੰਦੀਆਂ ਨੇ, 3 ਟਾਇਰ ਐਗਜ਼ਾਮ ਕਹਿੰਦੇ ਆ ਇਹਨੂੰ, ਜਿਹਦੇ ਵਿੱਚ ਸਟੇਜ 1 ਹੁੰਦੀ ਹੈ ਪ੍ਰੀਲਿਮਿਨਰੀ ਦੀ ਸਟੇਜ, ਦੈਨ ਕਮਸ ਮੇਨ ਸਟੇਜ ਐਂਡ ਦੈਨ ਕਮਸ ਇੰਟਰਵਿਊ ਸਟੇਜ। ਜਿਹੜੀ ਸਟੇਜ 1 ਹੈ ਉਹ ਹੁੰਦੀ ਹੈ ਆਬਜੈਕਟਿਵ ਟਾਈਪ ਸਟੇਜ, ਜਿਹਦੇ ਵਿੱਚ ਤੁਹਾਡੇ ਤੋਂ MCQs ਪੁੱਛੇ ਜਾਂਦੇ ਨੇ। ਇਹਦੇ ਵਿੱਚ ਤੁਸੀਂ 2 ਪੇਪਰ ਲਿਖ ਕੇ ਆਓਗੇ ਜੋ ਹੈ GS ਐਂਡ CSAT, 200 ਮਾਰਕਸ ਈਚ। ਇਹਦੇ ਵਿੱਚ 400 ਨੰਬਰ ਦੀ ਮੈਰਿਟ ਬਣੂਗੀ, ਜਿਹਨੂੰ ਕਲੀਅਰ ਕਰਕੇ ਤੁਸੀਂ ਪਹੁੰਚੋਗੇ ਮੇਨਸ ਦੀ ਸਟੇਜ ਵਿੱਚ ਜੋ ਕਿ ਹੁੰਦੀ ਹੈ ਡਿਸਕ੍ਰਿਪਟਿਵ ਸਟੇਜ। ਹੁਣ ਇਹਦੇ ਵਿੱਚ ਤੁਸੀਂ ਯਾਦ ਰੱਖਿਓ ਸਟੇਜ 1 ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਕਮਿੰਗ ਟੂ ਸਟੇਜ ਨੰਬਰ 2 ਡਿਸਕ੍ਰਿਪਟਿਵ ਸਟੇਜ, ਇਹਦੇ ਵਿੱਚ ਤੁਸੀਂ ਜਿਵੇਂ ਕਿ ਸਕੂਲਸ ਵਿੱਚ ਕਾਲਜਸ ਵਿੱਚ ਐਗਜ਼ਾਮ ਲਿਖ ਕੇ ਆਉਂਦੇ ਹੋ ਉਸੇ ਤਰ੍ਹਾਂ ਤੁਸੀਂ ਇੱਥੇ 7 ਪੇਪਰ ਲਿਖ ਕੇ ਆਉਂਗੇ 1350 ਨੰਬਰ ਦੇ। ਇਹ ਪੇਪਰ ਨੂੰ ਆਪਾਂ ਅੱਗੇ ਡਿਸਕਸ ਕਰਾਂਗੇ, ਥੋੜਾ ਜਿਹਾ ਇਹਨਾਂ ਦਾ ਸਿਲੇਬਸ ਦੇਖਾਂਗੇ। ਇਹ 1350 ਨੰਬਰ ਦੀ ਮੈਰਿਟ ਕਲੀਅਰ ਕਰਕੇ ਤੁਹਾਨੂੰ ਆਂਦੀ ਹੈ ਇੰਟਰਵਿਊ ਕਾਲ। ਹੁਣ ਇੰਟਰਵਿਊ ਕਾਲ ਦਾ ਕੋਈ ਐਗਜ਼ਾਮ ਨਹੀਂ ਹੁੰਦਾ ਪਰ ਸੀਨੀਅਰ ਬਿਊਰੋਕਰੈਟਸ ਹੋਣਗੇ, ਉਹ ਤੁਹਾਡੇ ਤੋਂ ਕੁਐਸਚਨਸ ਪੁੱਛਣਗੇ, ਤੁਸੀਂ ਉਹਨਾਂ ਦਾ ਜਵਾਬ ਦਿਓਗੇ ਤੇ ਤੁਹਾਡੀ ਪਰਸਨੈਲਿਟੀ ਟੈਸਟ ਹੋਊਗੀ ਇਨ 150 ਮਾਰਕਸ। ਦੈਨ 1350 ਤੇ 150 ਨੂੰ ਮਿਲਾ ਕੇ 1500 ਨੰਬਰ ਦੀ ਮੈਰਿਟ ਬਣਦੀ ਹੈ, ਜਿਹਨੂੰ ਕਿ ਕਲੀਅਰ ਕਰਕੇ ਤੁਹਾਨੂੰ ਪੋਸਟਸ ਅਲਾਟ ਹੁੰਦੀਆਂ ਨੇ ਅਕੋਰਡਿੰਗ ਟੂ ਯੋਰ ਰੈਂਕਸ। ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਪ੍ਰੀ ਦਾ ਪੇਪਰ। ਹੁਣ ਪ੍ਰੀ ਦਾ ਪੇਪਰ ਇੱਕ ਦਿਨ ਤੁਹਾਡਾ ਪੇਪਰ ਹੋਊਗਾ। ਮਾਰਨਿੰਗ ਵਿੱਚ ਤੁਹਾਡਾ ਪੇਪਰ ਹੋਊਗਾ GS ਦਾ, ਈਵਨਿੰਗ ਵਿੱਚ ਤੁਹਾਡਾ ਪੇਪਰ ਹੋਊਗਾ CSAT ਦਾ। 2 ਘੰਟੇ ਦੇ ਪੇਪਰ ਹੁੰਦੇ ਨੇ, 200 ਮਾਰਕਸ ਈਚ। ਇਹਦੇ ਵਿੱਚ 2 ਮਾਰਕਸ ਦੇ 100 ਕੁਐਸਚਨ ਪੁੱਛੇ ਜਾਂਦੇ ਨੇ, ਇਹਦੇ ਵਿੱਚ 2.5 ਮਾਰਕਸ ਦੇ 80 ਕੁਐਸਚਨਸ ਪੁੱਛੇ ਜਾਂਦੇ ਨੇ। GS ਵਿੱਚ ਤੁਹਾਡੇ ਤੋਂ ਟੌਪਿਕਸ ਪੁੱਛੇ ਜਾਣਗੇ ਜਨਰਲ ਸਟੱਡੀਜ਼ ਦੇ ਟੌਪਿਕਸ ਜਿਵੇਂ ਕਿ ਜੀਓਗ੍ਰਾਫੀ, ਇਕੋਨਮੀ, ਪੋਲਿਟੀ, ਸਾਇੰਸ ਐਂਡ ਟੈਕ, ਇਨਵਾਇਰਨਮੈਂਟ, ਹਿਸਟਰੀ ਤੇ ਇਹਨਾਂ ਸਾਰਿਆਂ ਨੂੰ ਲਿੰਕ ਕਰਕੇ ਕਰੰਟ ਅਫੇਅਰਸ। CSAT ਵਿੱਚ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ ਕੰਪਰੀਹੈਂਸ਼ਨ ਬੋਥ ਇਨ ਪੰਜਾਬੀ ਐਜ਼ ਵੈਲ ਐਜ਼ ਇੰਗਲਿਸ਼, ਦੈਨ ਲੌਜੀਕਲ ਰੀਜ਼ਨਿੰਗ ਐਂਡ ਮੈਥਸ, 10th ਲੈਵਲ ਦਾ ਮੈਥਸ। ਹੁਣ ਆਪਾਂ ਚੱਲਦੇ ਹਾਂ ਮੇਨਸ ਦੇ ਪੇਪਰ ਵਿੱਚ। ਇਹਦੇ ਵਿੱਚ ਤੁਸੀਂ ਇੱਕ ਦਿਨ ਵਿੱਚ 2 ਪੇਪਰ ਲਿਖ ਕੇ ਆਓਗੇ, ਮਾਰਨਿੰਗ ਐਜ਼ ਵੈਲ ਐਜ਼ ਈਵਨਿੰਗ। 3 ਘੰਟੇ ਦੇ ਪੇਪਰ ਹੁੰਦੇ ਨੇ। ਪਹਿਲਾਂ ਆਪਾਂ ਚੱਲਦੇ ਹਾਂ ਇੰਗਲਿਸ਼ ਐਂਡ ਪੰਜਾਬੀ ਵੱਲ। ਇਹ ਪੇਪਰ ਕੁਆਲੀਫਾਈਂਗ ਨਹੀਂ ਹੁੰਦੇ, ਇਹਨਾਂ ਦੇ ਨੰਬਰ ਜੁੜਦੇ ਨੇ। ਤਾਂ ਦੇਅਰਫੋਰ ਤੁਹਾਨੂੰ ਦੋਵੇਂ ਸਬਜੈਕਟਸ ਵਿੱਚ ਵਧੀਆ ਕਮਾਂਡ ਹੋਣੀ ਚਾਹੀਦੀ ਹੈ ਤੇ ਬਹੁਤ ਹੀ ਸਕੋਰਿੰਗ ਸਬਜੈਕਟਸ ਹੁੰਦੇ ਨੇ। ਦੇਅਰਫੋਰ ਕਿਸੇ ਵੀ ਸਬਜੈਕਟ ਨੂੰ ਤੁਸੀਂ ਢਿੱਲਾ ਨਹੀਂ ਛੱਡਣਾ। ਮੰਨ ਲਓ ਕਿ ਤੁਹਾਡੀ ਇੰਗਲਿਸ਼ ਵਧੀਆ ਨਹੀਂ ਹੈਗੀ ਤੇ ਤੁਹਾਡੀ ਇੰਗਲਿਸ਼ ਵਿੱਚ ਆ ਜਾਂਦੇ ਆ 23% ਮਾਰਕਸ, ਤਾਂ ਤੁਸੀਂ ਮੇਨਸ ਕੁਆਲੀਫਾਈ ਨਹੀਂ ਕਰਦੇ, ਕਿਉਂਕਿ ਇੰਟਰਵਿਊ ਦਾ ਇੱਕ ਕ੍ਰਾਈਟੇਰੀਆ ਹੈ ਕਿ ਤੁਹਾਨੂੰ ਮਿਨੀਮਮ 25% ਮਾਰਕਸ ਚਾਹੀਦੇ ਨੇ ਇਨ ਈਚ ਸਬਜੈਕਟ। ਦੇਅਰਫੋਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਦੈਨ ਆਪਾਂ ਚੱਲਦੇ ਹਾਂ ਐਸੇ ਦੇ ਪੇਪਰ ਵਿੱਚ। ਇਹਦੇ ਵਿੱਚ ਤੁਸੀਂ 3 ਐਸੇਜ਼ ਲਿਖ ਕੇ ਆਓਗੇ GS ਦੇ ਟੌਪਿਕ ਤੇ। ਦੈਨ ਪੇਪਰ 1 'ਚ ਤੁਹਾਨੂੰ ਪੁੱਛਿਆ ਜਾਊਗਾ ਜਿਵੇਂ ਕਿ ਹਿਸਟਰੀ, ਜੀਓਗ੍ਰਾਫੀ, ਸੋਸਾਇਟੀ। ਪੇਪਰ 2 ਵਿੱਚ ਤੁਹਾਨੂੰ ਪੁੱਛ ਲਿਆ ਪੋਲਿਟੀ, ਗਵਰਨੈਂਸ, IR। ਪੇਪਰ 3 ਵਿੱਚ ਤੁਹਾਨੂੰ ਇਕੋਨਮੀ, ਸਿਕਿਉਰਿਟੀ, ਇਹ ਸਭ ਪੁੱਛ ਲਿਆ। ਪੇਪਰ 4 ਵਿੱਚ ਸਾਇੰਸ ਐਂਡ ਟੈਕ ਪੁੱਛ ਲਿਆ, ਇਨਵਾਇਰਨਮੈਂਟ ਪੁੱਛ ਲਿਆ। ਅਲੋਂਗ ਵਿਦ ਦਿਸ
ਐਥਿਕਸ ਦਾ ਪੇਪਰ ਸੈਪਰੇਟਲੀ ਨਹੀਂ ਹੁੰਦਾ। ਐਥਿਕਸ ਵਿੱਚ ਤੁਹਾਨੂੰ ਇੰਟੈਗ੍ਰਿਟੀ, ਐਪਟੀਟਿਊਡ, ਡਿਸੀਜਨ ਮੇਕਿੰਗ ਇਹ ਸਭ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ। ਸੈਪਰੇਟਲੀ ਕੋਈ ਪੇਪਰ ਨਹੀਂ ਹੁੰਦਾ ਜਿਵੇਂ ਕਿ UPSC ਵਿੱਚ ਹੁੰਦਾ ਹੈ। PPSC ਵਿੱਚ ਇਹ ਸਭ ਪੇਪਰਸ ਦੇ ਵਿੱਚ ਹੀ ਤੁਹਾਨੂੰ ਐਥਿਕਸ ਦੇ ਕੁਐਸਚਨਸ ਵੀ ਪੁੱਛ ਲਿੱਤੇ ਜਾਂਦੇ ਨੇ, ਜਿਵੇਂ ਕਿ ਸੁਸਾਇਟੀ ਦੇ ਨਾਲ ਲਿੰਕ ਕਰਕੇ ਐਥਿਕਸ ਦਾ ਕੁਐਸਚਨ ਪੁੱਛ ਲੈਣਗੇ, ਇਹਦੇ ਵਿੱਚ ਗਵਰਨੈਂਸ ਦੇ ਨਾਲ ਲਿੰਕ ਕਰਕੇ ਪੁੱਛ ਲੈਣਗੇ, ਤੇ ਪੇਪਰ 4 ਵਿੱਚ ਤਾਂ ਹੈ ਹੀ ਪ੍ਰੋਬਲਮ ਸੋਲਵਿੰਗ ਐਂਡ ਡਿਸੀਜਨ ਮੇਕਿੰਗ ਐਂਡ ਲਾਈਕ ਦੈਟ। ਆਪਸ਼ਨਲ ਦਾ ਪੇਪਰ ਆਲਸੋ ਇੰਪੋਰਟੈਂਟ ਪੁਆਇੰਟ ਟੂ ਰਿਮੈਂਬਰ ਕਿ ਆਪਸ਼ਨਲ ਦਾ ਪੇਪਰ ਨਹੀਂ ਹੁੰਦਾ, ਤਾਂ ਤੁਹਾਨੂੰ ਕਿਸੇ ਵੀ ਇੱਕ ਸਬਜੈਕਟ ਵਿੱਚ ਕੋਈ ਵੀ ਸਪੈਸ਼ਲਾਈਜੇਸ਼ਨ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਜਨਰਲ ਟੌਪਿਕ ਪੜ੍ਹ ਕੇ ਜਾਣੇ ਨੇ ਜਨਰਲ ਸਟੱਡੀਜ਼ ਦੇ, ਤੇ ਤੁਹਾਡਾ ਕੰਮ ਚੱਲ ਜਾਣਾ। ਹੁਣ ਆਪਾਂ ਐਲੀਜੀਬਿਲਿਟੀ ਕ੍ਰਾਈਟੇਰੀਆ ਵੀ ਦੇਖ ਲੈਂਦੇ ਹਾਂ। ਪਹਿਲਾਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਆਪਾਂ। ਐਜੂਕੇਸ਼ਨਲ ਕੁਆਲੀਫਿਕੇਸ਼ਨ ਵਿੱਚ ਤੁਹਾਡੇ ਕੋਲ ਇੱਕ ਰੈਕਗਨਾਈਜ਼ਡ ਯੂਨੀਵਰਸਿਟੀ ਤੋਂ ਇੱਕ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ। ਅਲੋਂਗ ਵਿਦ ਦੈਟ ਤੁਹਾਡੇ ਕੋਲ ਮੈਟ੍ਰਿਕੂਲੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਨ ਪੰਜਾਬੀ। ਹੁਣ ਤੁਸੀਂ ਸਾਰੀ ਉਮਰ ਪੰਜਾਬ ਵਿੱਚ ਰਹਿ ਕੇ, ਪੰਜਾਬ ਦੇ ਲੋਕਾਂ ਵਿੱਚ ਰਹਿ ਕੇ ਕੰਮ ਕਰਨਾ ਹੈ, ਤਾਂ ਤੁਹਾਡੀ ਪੰਜਾਬੀ ਵਿੱਚ ਵਧੀਆ ਪ੍ਰੋਫੀਸ਼ੀਐਂਸੀ ਤਾਂ ਹੋਣੀ ਚਾਹੀਦੀ ਹੈ। ਤਾਂ ਇਸੇ ਲਈ ਤੁਹਾਨੂੰ ਪੰਜਾਬੀ ਦਾ ਪੇਪਰ ਕੰਪਲਸਰੀ ਹੈ ਕਿ ਇਹ ਤੁਹਾਡੇ ਕੋਲ ਹੋਣਾ ਚਾਹੀਦਾ। ਪਰ ਜੇ ਨਹੀਂ ਹੈਗਾ ਤਾਂ ਵੀ ਤੁਸੀਂ ਭਾਸ਼ਾ ਵਿਭਾਗ ਪਟਿਆਲਾ ਤੋਂ ਪੇਪਰ ਦੇ ਸਕਦੇ ਹੋ। ਦੈਨ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਕਿ ਪੁਲਿਸ ਸਰਵਿਸਿਜ਼ ਹੁੰਦੀਆਂ ਨੇ, ਉਹਦੇ ਵਿੱਚ ਤੁਹਾਨੂੰ ਕੁਝ ਫਿਜ਼ੀਕਲ ਰਿਕੁਆਇਰਮੈਂਟਸ ਹੋਣੀਆਂ ਬਹੁਤ ਜ਼ਰੂਰੀ ਨੇ। ਲਾਈਕ ਮਿਨੀਮਮ ਹਾਈਟ for men it is 5.7 feet, for women it is 5.3 feet, ਹਰਿਆਣਾ ਵਿੱਚ it is 5.2 feet। ਤਾਂ ਇਹ ਕੁਝ ਹਰ ਸਟੇਟ ਆਪਣੀ ਆਪਣੀ ਐਲੀਜੀਬਿਲਿਟੀ ਕ੍ਰਾਈਟੇਰੀਆ ਥੋੜਾ 19-21 ਦਾ ਫਰਕ ਹੁੰਦਾ ਹੈ। ਪੰਜਾਬ ਵਿੱਚ for women it is 5.3। ਦੈਨ ਚੈਸਟ ਮੈਜ਼ਰਮੈਂਟ ਇਜ਼ ਓਨਲੀ for men। ਦੈਨ ਆਪਾਂ ਦੇਖਦੇ ਹਾਂ ਕਿ ਪੁਲਿਸ ਸਰਵਿਸਿਜ਼ ਵਿੱਚ ਤੁਹਾਨੂੰ ਫਿਜ਼ੀਕਲ ਟੈਸਟ ਵੀ ਦੇਣਾ ਜ਼ਰੂਰੀ ਹੈ। ਹੁਣ ਮੰਨ ਲਓ ਕਿ ਤੁਹਾਨੂੰ ਕਿਸੇ ਕ੍ਰਿਮੀਨਲ ਪਿੱਛੇ ਭੱਜਣਾ ਪੈ ਗਿਆ, ਤਾਂ ਓਬਵੀਅਸਲੀ ਤੁਹਾਨੂੰ ਫਿਜ਼ੀਕਲੀ ਫਿਟ ਤਾਂ ਹੋਣਾ ਹੀ ਚਾਹੀਦਾ। ਤਾਂ ਉਸੇ ਲਈ ਤੁਹਾਨੂੰ 4 ਹਰਡਲਸ ਹੈ ਜੋ ਕਿ ਤੁਹਾਨੂੰ ਕਲੀਅਰ ਕਰਕੇ ਦਿਖਾਣੀਆਂ ਨੇ ਫॉर ਮੇਲਸ ਐਜ਼ ਵੈਲ ਐਜ਼ ਫॉर ਫੀਮੇਲਸ। ਨੰਬਰ ਆਫ ਅਟੈਂਪਟਸ ਦੀ ਆਪਾਂ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਨੂੰ 6 ਅਟੈਂਪਟਸ ਮਿਲਦੇ ਨੇ, ਬੈਕਵਰਡ ਕਲਾਸਿਸ ਨੂੰ 9 ਅਟੈਂਪਟਸ ਮਿਲਦੇ ਨੇ, ਤੇ ਸ਼ੈਡਿਊਲਡ ਕਾਸਟਸ ਨੂੰ ਅਨਲਿਮਿਟਿਡ ਅਟੈਂਪਟਸ ਮਿਲਦੇ ਨੇ। ਥੈਂਕ ਯੂ।